ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ। ਇੱਕ ਪਾਸੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟੇ ਹੋਏ ਨੇ ਤਾਂ ਦੂਜੇ ਪਾਸੇ ਗੰਨੇ ਦੀ ਬਕਾਇਆ ਅਦਾਇਗੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਧਰਨਾ ਲੱਗ ਚੁੱਕਾ ਹੈ। ਪੱਕੇ ਧਰਨੇ ਦੀ ਤਿਆਰੀ ਹੋ ਰਹੀ ਹੈ। ਕਿਸਾਨਾਂ ਦਾ ਅਲਟੀਮੇਟਮ ਵੀ ਹੈ, ਜੇਕਰ ਅਜੇ ਹੋਰ ਕੁਝ ਦਿਨ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਸ ਤਰ੍ਹਾਂ ਪੱਕਾ ਧਰਨਾ ਲੱਗੇਗਾ, ਹਾਈਵੇ ਜਾਮ ਹੋਣਗੇ। ਹਾਲਾਂਕਿ ਸਰਕਾਰ ਦੇ ਵੱਲੋਂ 15 ਰੁਪਏ ਦਾ ਵਾਅਦਾ ਵੀ ਕੀਤਾ ਗਿਆ, ਪਰ ਕਿਸਾਨ 400 ਰੁਪਏ ਤੋਂ ਘੱਟ ਮੰਨਣ ਦੇ ਮੂਡ ਦੇ ਵਿੱਚ ਨਹੀਂ ਹੈਗੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਗੱਲਬਾਤ ਦਾ ਵੀ ਸੱਦਾ ਭੇਜਿਆ ਗਿਆ। ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਰੇ ਮਹਿਮਾਨ ਨੇ। ਸਭ ਤੋਂ ਪਹਿਲਾਂ ਤਾਰੁਫ ਕਰਾ ਦਿੰਦੇ ਆ। ਪ੍ਰਭਜੋਤ ਸਿੰਘ ਧਾਲੀਵਾਲ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ, ਯੂਥ ਆਗੂ ਵੀ ਨੇ। ਪ੍ਰਿਤਪਾਲ ਸਿੰਘ ਬਲੀਏਵਾਲ ਨੇ, ਪੰਜਾਬ ਕਾਂਗਰਸ ਦੇ ਬੁਲਾਰੇ ਨੇ, ਬੇहद ਤੇਜ਼ ਤਰਾਰ ਆਗੂ ਨੇ, ਤਕਰੀਰ ਬਹੁਤ ਵਧੀਆ ਰੱਖਦੇ ਨੇ। ਗੁਰਵਿੰਦਰ ਸਿੰਘ ਕੂਮਕਲਾਂ ਨੇ, ਪ੍ਰੈਸ ਸਕੱਤਰ BKU ਲੱਖੋਵਾਲ ਦੇ। ਔਰ तमाम ਮਹਿਮਾਨਾਂ ਦਾ ਸਵਾਗਤ ਹੈ ਜੀ ਸਾਡੇ ਨਾਲ ਜੁੜਨ ਤੇ। ਸਵਾਲ ਪਹਿਲਾ ਬਲੀਏਵਾਲ ਜੀ ਤੁਹਾਡੇ ਤੋਂ ਲੈ ਲੈਣੇ। ਇੱਕ ਪਾਸੇ ਤਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ, ਤਾਂ ਇੱਧਰ ਵੀ ਤਿਆਰੀ ਹੋ ਰਹੀ ਹੈ ਪੱਕੇ ਧਰਨੇ ਦੀ। ਦੇਖੋ, ਬੇਨਤੀ ਹੈ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ, ਅਸੀਂ ਇੱਕ ਕਮੇਟੀ ਵੀ ਬਣਾਤੀ ਹੈ। ਪਿਛਲੇ ਦਿਨੀ ਇਹ ਡਿਸਕਸ ਵੀ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ। ਉਸ ਤੋਂ ਬਾਅਦ ਰੇਟ ਇਨਕਰੀਜ਼ ਕੀਤਾ ਗਿਆ ਥੋੜਾ ਬਹੁਤਾ। ਅਗਰ ਰੇਟ ਦੀ ਕੋਈ ਗੱਲ ਹੈਗੀ ਹੈ, ਉਹ ਵੀ CM ਸਾਹਿਬ ਵਿਚਾਰ ਕਰਦੇ ਪਏ ਨੇ। ਮੈਨੂੰ ਲੱਗਦਾ ਕਿ 1-2 ਦਿਨਾਂ ਦੀ ਮੀਟਿੰਗ ਦੇ ਵਿੱਚ ਇਸ ਚੀਜ਼ ਤੇ ਵੀ ਐਲਾਨ ਹੋ ਜਾਊਗਾ। ਜਿੱਥੋਂ ਤੱਕ ਦੀ ਗੱਲ ਹੈਗੀ ਆ ਬਕਾਇਆ ਪੇਮੈਂਟ ਦੀ, ਜਿਹੜੀ ਸਾਡੇ ਵੱਲੀ ਸੀਗਾ ਉਹ 54 ਕਰੋੜ ਦੇ ਆਸ-ਪਾਸ ਸਾਡਾ ਬਕਾਇਆ ਰਹਿੰਦਾ ਵਾ। ਉਹ ਸਤੰਬਰ ਦੇ ਪਹਿਲੇ ਹਫ਼ਤੇ ਅਸੀਂ ਇਹਨਾਂ ਨੂੰ ਰਿਲੀਜ਼ ਕਰ ਦੇਣਾ, ਕਿਉਂਕਿ ਜਿਹੜੀ ਸੈਂਟਰ ਵੱਲੋਂ ਸਾਡੇ ਫੰਡਸ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਕੀਤੀ ਜਾ ਰਹੀ ਸੀ। GST ਤੇ ਰੋਕ ਲੱਗੀ ਹੋਈ ਸੀ, RDF ਰੁਕ ਗਿਆ ਸੀ, ਉਸ ਕਰਕੇ ਥੋੜੀ ਜਿਹੀ ਡਿਲੇ ਚੱਲੀ ਹੈ ਪੇਮੈਂਟ। ਉਹਦੇ ਲਈ ਅਸੀਂ ਮਾਫੀ ਬਲੀਏਵਾਲ ਜੀ ਥੋੜੀ ਨਹੀਂ ਹੈ, ਡਿਲੇ ਤਾਂ ਬਹੁਤ ਜ਼ਿਆਦਾ। ਪਰ ਸਵਾਲ ਵੱਡਾ ਇਹੀ ਹੈ ਕਿ ਇੱਥੇ ਤੱਕ ਗੱਲ ਪਹੁੰਚ ਤਾਂ ਹੀ ਗਈ ਜਦੋਂ ਕਿਸਾਨ ਕਹਿੰਦੇ ਸਾਡੀ ਕਿਸੇ ਪੱਧਰ ਦੇ ਉੱਤੇ ਗੱਲ ਸੁਣੀ ਨਹੀਂ ਗਈ, ਤਾਂ ਹੀ ਸਾਨੂੰ ਮਜਬੂਰਨ ਇਹ ਕੁਝ ਕਰਨਾ ਪੈ ਰਿਹਾ। ਨਹੀਂ, ਦੇਖੋ, ਗੱਲ ਸੁਣੀ ਗਈ ਹੈ। CM ਸਾਹਿਬ ਨਾਲ ਪਿਛਲੇ ਦਿਨੀ ਵੀ ਇਹਨਾਂ ਦੇ, ਮੈਂ ਜਦੋਂ 19-20 ਦੀ ਗੱਲ ਕਰਦਾ, ਉਹਦੇ ਚ 486 ਕਰੋੜ ਰੁਪਇਆ ਅਸੀਂ ਰਿਲੀਜ਼ ਕੀਤਾ। 20-21 ਦੇ ਵਿੱਚ 417 ਕਰੋੜ ਰਿਲੀਜ਼ ਕੀਤਾ। 54 ਕਰੋੜ ਰੁਪਇਆ ਬੈਲੈਂਸ ਆ ਜਿਹੜਾ ਸਰਕਾਰ ਬੰਨੀ ਹੈ। ਕੁਝ ਪ੍ਰਾਈਵੇਟ ਜਿਹੜੀਆਂ ਹੈਗੀਆਂ ਜਿਹੜੀਆਂ ਸ਼ੂਗਰ ਮਿਲਸ ਨੇ, ਉਹਨਾਂ ਦਾ 145 ਕਰੋੜ ਦੇ ਆਸ-ਪਾਸ ਦਾ ਬਕਾਇਆ ਵਾ, ਜਿਹਦੇ ਚ ਸਾਰੇ ਪਾਰਟੀ ਦੇ ਆਗੂ ਸਾਹਿਬਾਨਾਂ ਦੀਆਂ, ਚਾਹੇ ਉਹ ਫਗਵਾੜੇ ਵਾਲੀ ਮਿਲ ਕਹਿ ਲਓ ਜਾਂ ਫਰੀਦਕੋਟ ਵਾਲੀ ਕਹਿ ਲਓ, ਉਹਨਾਂ ਦੀ ਬੈਲੈਂਸ ਪੇਮੈਂਟ ਚੱਲੀ ਆ ਰਹੀ ਆ। ਤੇ ਠੀਕ ਹੈ, ਉਹ ਆਉਣ ਵਾਲੇ ਦਿਨਾਂ 'ਚ ਅਸੀਂ ਵੀ ਪ੍ਰੈਸ਼ਰਾਈਜ਼ ਕਰਾਂਗੇ ਉਹਨਾਂ। ਮੈਂ ਅਕਾਲੀ ਦਲ ਦੇ ਬੁਲਾਰਾ ਸਾਹਿਬ ਨੂੰ ਵੀ ਬੇਨਤੀ ਕਰੂੰਗਾ, ਕਿਉਂਕਿ ਉਹ ਇਹਨਾਂ ਦੇ ਆਗੂ ਸਾਹਿਬਾਨਾਂ ਨਾਲ ਵੀ ਸੰਬੰਧਿਤ ਨੇ, ਉਹ ਛੇਤੀ ਤੋਂ ਛੇਤੀ ਬਕਾਇਆ ਰਿਲੀਜ਼ ਕਰ ਦੇਣ, ਤਾਂ ਜੋ ਜਿਹੜਾ ਭੁਗਤਾਨ ਹੈ, ਜਿਵੇਂ ਫਿਰ, ਕਿਉਂਕਿ ਸਾਡੇ ਪ੍ਰੈਸ ਸਕੱਤਰ ਸਾਹਿਬ ਨੇ ਇਹ ਗੱਲ ਆਖਣੀ ਹੈ ਕਿ ਹਾਂ, ਸੁਪਰੀਮ ਕੋਰਟ ਦਾ ਫੈਸਲਾ 14 ਦਿਨ 'ਚ ਭੁਗਤਾਨ ਜ਼ਰੂਰ ਹੋਣਾ ਚਾਹੀਦਾ। ਡਿਲੇ ਲਈ ਅਸੀਂ ਮਾਫੀ ਮੰਗਦੇ ਹਾਂ, ਪਰ ਮੈਂ ਇਹਨਾਂ ਨੂੰ ਇਹੀ ਬੇਨਤੀ ਕਰੂੰਗਾ ਧਰਨਾ ਚੱਕ ਲੈਣ, ਕਿਉਂਕਿ ਸਰਕਾਰ ਨੇ ਗੱਲਬਾਤ ਕਰਨ ਲਈ ਕਮੇਟੀ ਵੀ ਬਣਾਤੀ ਹੈ ਤੇ CM ਸਾਹਿਬ ਨਾਲ ਵੀ ਜਲਦ ਤੁਹਾਡੀ ਮੀਟਿੰਗ ਕਰਾ ਕੇ ਜਿਹੜਾ ਥੋੜਾ ਬਹੁਤਾ ਭਾਅ ਦਾ ਫਰਕ ਹੈ ਉਸ ਨੂੰ ਅਸੀਂ ਖਤਮ ਕਰ ਦਾਂਗੇ। ਅੱਛਾ ਬਲੀਏਵਾਲ ਸਾਹਿਬ, ਇੱਕ ਬੜਾ ਇੰਟਰਸਟਿੰਗ ਫੈਕਟ ਇਹ ਹੈ, ਹਰਿਆਣੇ 'ਚ ਭਾਜਪਾ ਦੀ ਸਰਕਾਰ, ਤਾਂ ਕਿਸਾਨ ਕਹਿੰਦੇ ਕਿ ਓਨਾ ਹੀ ਸਾਨੂੰ ਦਿਓ, 400 ਰੁਪਏ ਘੱਟੋ ਘੱਟ ਕਰੋ। ਦੇਖੋ, ਬੇਨਤੀ ਆ, ਜਿਹੜਾ ਹਰਿਆਣੇ ਦਾ ਭਾਅ ਵੀ ਮੇਰੇ ਕੋਲ ਆਇਆ ਹੋਇਆ ਵਾ, ਤੇ ਜੋ ਹਰਿਆਣੇ ਦੇ ਵਿੱਚ ਆ, ਫਿਰ ਆਪਾਂ ਉਹ ਗੱਲ ਤੇ ਆ ਜਾਈਏ ਕਿ ਹਰੇਕ ਸਟੇਟ ਦੀਆਂ ਆਪਦੀਆਂ ਪਾਲਿਸੀਆਂ, ਆਪਦੀ ਕਿਸਮ ਹੈਗੀ ਹੈ ਗੰਨੇ ਦੀ, ਬਾਕੀ ਚੀਜ਼ਾਂ ਨੇ, ਉਸ ਅਕੋਰਡਿੰਗਲੀ ਸਟੇਟਾਂ ਚੱਲਦੀਆਂ ਨੇ। ਮੈਂ ਅੱਜ ਸਵੇਰੇ ਹੀ ਪੜ੍ਹਦਾ ਸੀ ਕਿ ਦੇਸ਼ ਦੇ ਵਿੱਚ ਜਿਹੜਾ ਸਾਡੇ ਭਰਾਵਾਂ ਦਾ ਗੰਨਾ ਕਿਸਾਨਾਂ ਦਾ 9000 ਕਰੋੜ ਰੁਪਏ ਦਾ ਇਹ ਸਾਲ ਦਾ ਪੈਂਡਿੰਗ ਪਿਆ। UP ਵਰਗੀ ਸਟੇਟ ਦੇ ਵਿੱਚ 30000 ਕਰੋੜ ਰੁਪਇਆ ਪੈਂਡਿੰਗ ਪਿਆ। ਉੱਥੇ ਵੀ ਭਾਜਪਾ ਕਰਨੀ ਦੇਖਿਆ, ਪਰ ਗੰਨੇ ਦੀ ਵੈਰਾਇਟੀ ਤੇ ਬਾਕੀ ਚੀਜ਼ਾਂ ਨਾਲ ਲੱਗਦੇ ਹੋਏ ਰੇਟਸ ਡਿਸਾਈਡ ਹੁੰਦੇ ਆ। ਸਟੇਟ ਦੀਆਂ ਆਪਦੀਆਂ ਪਾਲਿਸੀਜ਼ ਨੇ। ਇਹੀ ਲੜਾਈ ਤਾਂ ਅਸੀਂ ਸੈਂਟਰ ਨਾਲ ਲੜਦੇ ਪਏ ਹਾਂ ਐਗਰੀਕਲਚਰ ਦੀ, ਕਿ ਐਗਰੀਕਲਚਰ ਸਟੇਟ ਸਬਜੈਕਟ ਆ, ਉਹਨਾਂ ਨੂੰ ਡਿਸਾਈਡ ਕਰ ਲੈਣ ਦਿਓ। ਪਰ ਫਿਰ ਆਪਾਂ ਅਗਰ ਪੰਜਾਬ 'ਚ ਆ ਕੇ ਉਹੀ ਚੀਜ਼ ਆ, ਮੇਰੀ ਬੇਨਤੀ ਆ, ਕੱਲ੍ਹ ਨੂੰ ਰੱਖੜੀ ਦਾ ਤਿਉਹਾਰ ਵੀ ਆ, ਸਾਡੇ ਭਰਾਵਾਂ ਨੂੰ ਕਿ ਇਹ ਧਰਨਾ ਲਿਫਟ ਆਊਟ ਕਰ ਲਿਆ ਜਾਵੇ। ਸਰਕਾਰ ਤੁਹਾਡੀਆਂ ਮੰਨਾਂ ਮੰਗਣ ਨੂੰ ਵੀ ਤਿਆਰ ਆ, ਤੁਹਾਡੇ ਨਾਲ ਗੱਲਬਾਤ ਵੀ ਕਰਦੇ ਪਏ ਆ, ਤੇ ਆਉਣ ਵਾਲੇ ਦਿਨਾਂ 'ਚ ਇਸ ਮਸਲਾ ਸੁਲਝਾ ਵੀ ਦੇਵਾਂਗੇ। ਅੱਛਾ ਗੁਰਵਿੰਦਰ ਜੀ, ਤੁਹਾਡੇ ਤੋਂ ਥੋੜਾ ਜਿਹਾ ਚੀਜ਼ ਸਮਝਣੀ ਚਾਹਾਂਗੇ। ਤੁਸੀਂ ਬਹੁਤ ਮੈਨੂੰ ਲੱਗਦਾ ਕਲੋਜ਼ਲੀ ਵਾਚ ਕੀਤਾ ਹੋਊਗਾ ਧਰਨੇ ਨੂੰ ਵੀ, ਔਰ ਇਸ ਤੋਂ ਪਹਿਲਾਂ ਜਿੰਨੀਆਂ ਵੀ ਕਿਸਾਨਾਂ ਦੀਆਂ ਗੰਨੇ ਨਾਲ ਜੁੜੇ ਜਿਹੜੇ ਕਿਸਾਨ ਨੇ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਬਲੀਏਵਾਲ ਸਾਹਿਬ ਹੋਰਾਂ ਵੱਲੋਂ ਜਿਹੜੇ ਪੱਖ ਰੱਖੇ ਗਏ ਉਹ ਵੀ ਤੁਸੀਂ ਸੁਣੇ ਨੇ। ਜਿਹੜਾ ਡਾਟਾ ਸਾਡੇ ਕੋਲ ਹੈ, ਸਾਨੂੰ ਪਤਾ, ਤੁਹਾਡੇ ਕੋਲ ਵੀ ਨੇ ਚੀਜ਼ਾਂ। ਇਹ ਲੰਮੇ ਸਮੇਂ ਤੋਂ ਜਿਹੜਾ ਇਹ ਰੇੜਕਾ ਚੱਲਦਾ, ਇਹਦਾ ਹੱਲ ਨਿਕਲਦਾ ਕਿਉਂ ਨਹੀਂ? ਕਿਉਂਕਿ ਕੋਈ ਅੱਜ ਦੇ ਨਹੀਂ ਹੈਗੇ, ਬੜੀ ਵਾਰੀ ਅਸੀਂ ਇਸ ਤਰ੍ਹਾਂ ਦੇਖਿਆ ਸ਼ੂਗਰ ਮਿੱਲਾਂ ਦੇ ਬਾਹਰ ਕਿਸਾਨ ਹਰ ਸਰਕਾਰ ਦੇ ਵਿੱਚ ਬਹਿੰਦੇ ਨੇ। ਹਾਂਜੀ, ਇਹ ਜੋ ਸਰਕਾਰ ਹੈ ਨਾ, ਇਹ ਜਿਹੜੀ ਕਾਰਪੋਰੇਟ ਅਦਾਰਿਆਂ ਦੇ ਜਾਂ ਆਪਦੇ ਜੋ ਸਾਥੀ ਨੇ, ਜਿਨ੍ਹਾਂ ਦੀਆਂ ਕਿ ਫੈਕਟਰੀਆਂ ਨੇ, ਉਹਨਾਂ ਨੂੰ ਖੁਸ਼ ਕਰਨ ਲਈ ਕੰਮ ਕਰਦੀਆਂ ਨੇ। ਕਿਉਂਕਿ ਪਹਿਲਾਂ ਤੁਸੀਂ ਦੇਖ ਲਓ, ਤੁਸੀਂ ਹਰੇਕ ਸਾਲ, ਪਹਿਲਾਂ ਜੋ ਪਹਿਲੀਆਂ ਟਰਮ ਸਰਕਾਰਾਂ ਆਉਂਦੀਆਂ ਸੀ, ਹਰੇਕ ਸਾਲ ਕੁਛ ਨਾ ਕੁਛ ਗੰਨੇ ਦੇ ਰੇਟ ਦੇ ਵਿੱਚ ਵਾਧਾ ਕਰਦੀਆਂ।
4.5 ਸਾਲ ਪਹਿਲਾਂ ਅਸੀਂ ਚੰਡੀਗੜ੍ਹ ਅੰਬ ਸਾਹਿਬ ਗੁਰਦੁਆਰੇ ਉੱਥੇ ਧਰਨਾ ਲਾਇਆ, ਉੱਥੋਂ ਚੱਲੇ ਸੀ ਕੈਪਟਨ ਸਾਹਿਬ ਦੇ ਨਾਲ। ਉਦੋਂ ਇਹਨਾਂ ਨੇ ਆਪਣੇ ਭੇਜੀ ਸੀ ਪ੍ਰਿੰਸੀਪਲ ਸੈਕਟਰੀ ਨਾਲ ਸਾਡੀ ਮੀਟਿੰਗ ਕਰਾਈ ਸੀ, ਤੇ ਉਦੋਂ ਸਾਡੀ ਇਹਨਾਂ ਨਾਲ ਗੱਲ ਹੋ ਗਈ ਸੀ। ਇਹਨਾਂ ਨੇ ਕਿਹਾ ਸੀ ਵੀ 10 ਰੁਪਏ ਉਦੋਂ ਹੀ ਇਹਨਾਂ ਨੇ ਵਧਾਤਾ ਸੀ, ਤੇ ਨਾਲ ਹੀ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਹਰੇਕ ਸਾਲ ਅਸੀਂ ਭਾਅ ਦੇ ਵਿੱਚ ਵਾਧਾ ਕਰਿਆ ਕਰਾਂਗੇ। ਪਰ 4.5 ਸਾਲਾਂ ਤੋਂ ਬਾਅਦ ਇਹਨਾਂ ਨੇ 1 ਪੈਸੇ ਦਾ ਭਾਅ ਦਾ ਵਾਧਾ ਨਹੀਂ ਕੀਤਾ, ਜਦ ਕਿ ਲਾਗਤਾਂ ਵੱਧਦੀਆਂ ਆ ਰਹੀਆਂ, ਡੀਜ਼ਲ ਦੇ ਰੇਟ, ਖਾਦ ਦੇ, ਹੋਰ ਸਾਰੇ ਲੇਬਰ ਦੇ। ਅੱਛਾ ਗੁਰਵਿੰਦਰ ਜੀ, ਜਿਹੜਾ 4.5 ਸਾਲ ਦਾ ਸਮਾਂ ਤੁਸੀਂ ਕਹਿ ਰਹੇ ਹੋ, ਇਹਦੇ ਵਿੱਚ ਤੁਸੀਂ ਕੋਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਤੱਕ? ਬਹੁਤ ਵਾਰ ਪਹੁੰਚ ਕੀਤੀ ਆ ਜੀ, ਡੀਸੀਆਂ ਰਾਹੀਂ ਮੰਗ ਪੱਤਰ ਵੀ ਦਿੱਤੇ ਨੇ, ਕੈਪਟਨ ਸਾਹਿਬ ਦੇ ਨਾਲ ਮੀਟਿੰਗਾਂ ਵੀ ਹੋਈਆਂ ਨੇ। ਖੇਤੀ ਕਾਨੂੰਨਾਂ ਮੌਕੇ ਹੀ ਮੀਟਿੰਗਾਂ ਦੇ ਵਿੱਚ ਵੀ ਅਸੀਂ ਵਾਰ-ਵਾਰ ਉਹਨਾਂ ਨੂੰ ਮੁੱਦਾ ਚੱਕਦੇ ਰਹੇ ਹਾਂ, ਬਾਅਦ ਚ ਨੋਟਿਸ ਵੀ ਭੇਜਦੇ ਰਹੇ ਹਾਂ, ਹਰੇਕ ਵਾਰ ਉਹਨਾਂ ਨੂੰ ਕਹਿੰਦੇ ਰਹੇ ਹਾਂ ਕਿ ਸਾਡਾ ਬਕਾਇਆ ਇੱਕ ਤਾਂ ਜਾਰੀ ਕਰੋ, ਦੂਸਰਾ ਸਾਡੇ ਭਾਅ ਨੂੰ ਵਾਧਾ ਕਰੋ, ਘੱਟੋ ਘੱਟ ਸਾਨੂੰ ਹਰਿਆਣੇ ਦੇ ਬਰਾਬਰਤਾ ਦੇ ਦਿਓ। ਦੇਖੋ ਤੁਸੀਂ, ਹਰਿਆਣੇ ਦੇ ਵਿੱਚ ਇਹੀ ਗੰਨਾ 350 ਰੁਪਏ ਆ ਤੇ 350 ਰੁਪਏ ਨੂੰ ਵਿਕ ਰਿਹਾ, ਕਿਵੇਂ ਕਿਸਾਨ ਖੁਸ਼ਹਾਲ ਹੋ ਜੂ? ਅਸੀਂ ਤਾਂ ਇਹਨਾਂ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਯੂਨੀਵਰਸਿਟੀਆਂ ਤੋਂ ਇਹਨਾਂ ਨੇ ਖੇਤੀ ਲਾਗਤ ਕਮਿਸ਼ਨ ਦੇ ਕੋਲੋਂ ਵੀ ਇਹਨਾਂ ਨੇ ਭਾਅ ਕਢਵਾਏ ਨੇ, ਉਹਦੇ ਵਿੱਚ ਵੀ ਉਹਨਾਂ ਨੇ ਕਾਂਗਰਸ ਵਾਲੇ ਕਹਿੰਦੇ ਅਸੀਂ 15 ਰੁਪਏ ਦਾ ਵਾਧਾ ਕਰਤਾ, ਕਿਸਾਨਾਂ ਨੂੰ ਮੰਨ ਜਾਣਾ ਚਾਹੀਦਾ, ਖੁਸ਼ ਹੋ ਜਾਣਾ ਚਾਹੀਦਾ। ਇਹ ਦੱਸੋ ਜੀ, ਪਹਿਲਾਂ 15 ਰੁਪਏ ਨਾ ਹਜੇ ਵੀ ਅਸੀਂ ਉਹ ਤੋਂ ਥੱਲੇ ਬੈਠੇ ਆ ਹਰਿਆਣੇ ਨੂੰ। ਹਰਿਆਣੇ ਦਾ 350 ਸੀ, ਉਹਨਾਂ ਨੇ 8 ਰੁਪਏ ਇਸ ਵਾਰ ਵਾਧਾ ਕਰਕੇ 358 ਕੀਤਾ। ਤੇ ਅਸੀਂ ਤਾਂ ਕਹਿ ਰਹੇ ਹਾਂ ਵੀ ਜੋ ਯੂਨੀਵਰਸਿਟੀਆਂ ਨੇ ਖਰਚਾ ਕੱਢ ਕੇ ਉਹੀ ਸਾਨੂੰ ਭਾਅ ਦੇ ਦਿਓ। ਤੁਸੀਂ ਡਾਕਟਰ ਸਵਾਮੀਨਾਥਨ ਦੀ C2+ ਹਜੇ ਨਾ ਦਿਓ, ਸਾਨੂੰ ਘੱਟੋ ਘੱਟ ਯੂਨੀਵਰਸਿਟੀਆਂ ਤਾਂ ਲਾਗਤ ਤਾਂ ਕੱਢ, ਸਾਡੀ ਜੋ ਖਰਚਾ ਹੋ ਰਿਹਾ ਉਹ ਲਾਗਤ ਦੇ ਪੈਸੇ ਸਾਨੂੰ ਦੇ ਦਿਓ, ਤਾਂ ਜੋ ਅਸੀਂ ਖਰਚਾ ਕੀਤਾ ਉਹ ਤਾਂ ਸਾਡੇ ਕੋਲੇ ਆ ਜੇ। 40 ਰੁਪਏ ਤਾਂ ਲੇਬਰ ਦਾ ਹੀ ਫਰਕ ਪੈ ਗਿਆ, ਇਹ 15 ਰੁਪਏ ਨੇ ਸਾਡੇ ਕਿਵੇਂ ਸਾਨੂੰ ਇਹ ਚਲੋ। ਅੱਛਾ ਗੁਰਵਿੰਦਰ ਜੀ, ਪਿਛਲੀ ਸਰਕਾਰ ਦੇ ਸਮੇਂ ਦਾ ਵੀ ਬਕਾਇਆ ਖੜਾ? ਦੇਖੋ ਜੀ, ਪਿਛਲੀ ਸਰਕਾਰ ਦੇ ਮੌਕੇ ਵੀ ਖੜਦੇ ਸੀਗੇ, ਅਸੀਂ ਧਰਨਾ ਲਾਉਂਦੇ ਹੁੰਦੇ ਸੀ, ਸਾਨੂੰ ਜਦੀ ਬੁਲਾ ਲਿਆ ਜਾਂਦਾ ਸੀ, ਸਾਡੀ ਗੱਲ ਸੁਣੀ ਜਾਂਦੀ ਸੀ ਤੇ ਪੈਸੇ ਵੀ ਪਵਾ ਲੈਂਦੇ ਸੀ। ਜਦ ਕਿ ਹੁਣ ਅਸੀਂ ਕਿੰਨੀ ਵਾਰੀ ਅਸੀਂ ਗੰਨੇ ਵਾਸਤੇ 2-3 ਵਾਰ ਅਸੀਂ ਧਰਨਾ ਚੰਡੀਗੜ੍ਹ ਵੀ ਲਾ ਚੁੱਕੇ ਹਾਂ, ਕਿੰਨੀ ਵਾਰੀ ਮਿਲਾਂ 'ਚ ਲੱਗਿਆ ਕਿਤੇ ਵੀ, ਪਰ ਸਰਕਾਰ ਸੁਣ ਨਹੀਂ ਰਹੀ। ਸਰਕਾਰ ਨੂੰ ਚਾਹੀਦਾ ਕਿ ਸਾਡਾ ਘੱਟੋ ਘੱਟ ਸੁਣ ਲਵੇ। ਠੀਕ ਹੈ। ਅੱਛਾ ਪ੍ਰਭਜੋਤ, ਠੀਕ ਹੈ, ਸੁਣੇ ਵੀ ਤੇ ਰੇਟ ਦਾ ਸਾਨੂੰ ਭਾਅ ਵੀ ਦਵੇ ਗੁਆਂਢੀ ਸੂਬਿਆਂ ਦੇ ਬਰਾਬਰ, ਤਾਂ ਹੀ ਤਾਂ ਰੌਲਾ ਸਾਡਾ ਖੇਤੀ ਕਾਨੂੰਨਾਂ ਦਾ ਪੈ ਰਿਹਾ। ਅਸੀਂ ਕਿਵੇਂ ਕੰਟਰੈਕਟ ਫਾਰਮਿੰਗ ਦੇ ਵਿੱਚ ਚਲੇ ਆਈਏ? ਆਹ ਕੰਟਰੈਕਟ ਫਾਰਮਿੰਗ ਹੀ ਆ ਸਾਡੀ, ਜੋ ਮਿੱਲਾਂ ਨੂੰ ਅਸੀਂ ਗੰਨਾ ਦਿੰਦੇ ਆ ਤੇ ਮਿੱਲਾਂ ਸਾਡੇ ਨਾਲ ਕੀ ਕਰ ਰਹੀਆਂ? ਸਰਕਾਰ ਦਾ ਡੰਡਾ ਕਿੱਥੇ ਆ? ਸਰਕਾਰ ਇੱਕ ਦਿਨ ਚਾਹੇ ਤਾਂ ਇਹਨਾਂ ਮਿੱਲਾਂ ਦੇ ਬੰਦਿਆਂ ਤੋਂ ਪੈਸੇ ਕਢਵਾ ਸਕਦੀ ਆ, ਪਰ ਇਹਨਾਂ ਦੇ ਵਿੱਚ ਬੰਦੇ ਨੇ, ਆਪਦੀ ਪਾਰਟੀਆਂ ਦੇ ਬੰਦੇ ਨੇ, ਇਹਨਾਂ ਨੂੰ ਰਹਿਮ ਕਰਨਾ ਚਾਹੀਦਾ। ਠੀਕ ਹੈ। ਅੱਛਾ ਪ੍ਰਭਜੋਤ, ਕਹਿੰਦੇ ਤੁਹਾਡੀ ਸਰਕਾਰ ਵੇਲੇ ਸੁਣਵਾਈ ਹੋ ਜਾਂਦੀ ਸੀ ਧਰਨੇ ਲਾ ਕੇ, ਤਾਂ ਹੁਣ ਤਾਂ ਕਹਿੰਦੇ ਧਰਨੇ ਮੁੱਖ ਮਾਰਗ ਘੇਰੇ ਹੋਏ ਨੇ, ਹੁਣ ਵੀ ਸੁਣਵਾਈ ਨਹੀਂ ਹੋ ਰਹੀ। ਹਾਲਾਂਕਿ ਚਲੋ ਸਿਆਸਤ ਦਾ ਨਹੀਂ ਹੈ ਸਮਾਂ, ਕਿਉਂਕਿ ਪਰੇਸ਼ਾਨੀ ਆਮ ਲੋਕਾਂ ਨੂੰ ਹੋ ਰਹੀ ਹੈ, ਬਹੁਤ ਵੱਡੇ ਪੱਧਰ ਤੇ ਪਰੇਸ਼ਾਨ ਹੋ ਰਹੇ ਨੇ ਲੋਕ। ਮੁੱਖ ਮਾਰਗ ਜਾਮ ਨੇ, ਰੇਲ ਮਾਰਗ ਵੀ ਜਾਮ ਕੀਤੇ ਨੇ, ਕਈ ਟ੍ਰੇਨਾਂ ਵੀ ਜਿਹੜੀਆਂ ਹੋ ਰਹੀਆਂ ਨੇ। ਹੱਲ ਨਿਕਲੇਗਾ ਕਿਵੇਂ? ਕਿਸਾਨੀ ਪੰਜਾਬ ਜਿਹੜਾ ਐਗਰੀਕਲਚਰ ਬੇਸਡ ਪੂਰਾ ਜਿਹੜਾ ਇਲਾਕਾ ਹੈਗਾ, ਪੰਜਾਬ ਸਟੇਟ ਹੈ, ਤਾਂ ਇੱਥੇ ਇਸ ਤਰ੍ਹਾਂ ਦੀਆਂ ਦਿੱਕਤਾਂ, ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਨਮੋਸ਼ੀ ਵੀ ਹੈ ਤਮਾਮ ਪਾਰਟੀਆਂ ਲਈ। ਮੈਨੂੰ ਲੱਗਦਾ ਕਿ ਜਿਹੜਾ ਸਭ ਦੇ ਸੰਦਰਭ ਦੇ ਵਿੱਚ ਮੈਂ ਕਹਿ ਰਿਹਾ। ਦੇਖੋ ਜੀ ਬੇਦੀ ਸਾਹਿਬ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ, ਬੜੇ ਸਤਿਕਾਰਯੋਗ ਆਗੂ ਨੇ ਸਾਡੇ, ਕਿਸਾਨ ਆਗੂ। ਉਹਨਾਂ ਨੇ ਔਨ ਕੈਮਰਾ ਇਹ ਗੱਲ ਕਹੀ ਵੀ ਅਕਾਲੀ ਦਲ ਦੀ ਸਰਕਾਰ 'ਚ ਜਦੋਂ ਵੀ ਅਸੀਂ ਧਰਨਾ ਲਾਉਂਦੇ ਸੀ ਜਾਂ ਕੋਈ ਮੁਜ਼ਾਹਰਾ ਕਰਦੇ ਸੀ ਤਾਂ ਲੀਡਰ ਸਾਡੇ ਕੋਲ ਆ ਕੇ ਸਾਡੀ ਮੰਗ ਮੰਨਦੇ ਸੀ ਤੇ ਰੇਟ ਵੱਧਦਾ ਸੀਗਾ। ਤੇ ਮੇਰੇ ਵੀਰ ਬਲੀਵਾਲ ਸਾਹਿਬ ਨੇ ਬੜੇ ਮਤਲਬ ਕਿ ਪਿਆਰ ਨਾਲ ਕਹਿਤਾ ਵੀ 54 ਕਰੋੜ ਦਾ ਸਾਡਾ ਬਕਾਇਆ ਪਿਆ ਵਾ, ਵੀ ਉਹਦੇ ਵਿੱਚ ਅਸੀਂ ਕਰ ਦਿੱਤਾ ਜਾਏਗਾ ਵਾਪਸ। ਜਿਹੜਾ 145 ਕਰੋੜ ਦਾ ਪ੍ਰਾਈਵੇਟ ਮਿੱਲਾਂ ਦਾ ਜਿਹੜਾ ਬੈਲੈਂਸ ਪਿਆ, ਉਹ ਵੀ ਇਹਨਾਂ ਦੀ ਸਰਕਾਰ ਨੇ ਲਵਾਉਣਾ ਜੀ। ਬੜੇ ਪਿਆਰ ਨਾਲ ਕਹਿੰਦੇ ਆ ਵੀ ਇਹਨਾਂ ਦੇ ਆਗੂ ਨੇ, ਆਗੂ ਜਿਹੜੀ ਮਰਜ਼ੀ ਪਾਰਟੀਆਂ ਦੇ ਹੋਣ, ਪਰ ਇਸ ਟਾਈਮ 4.5 ਸਾਲ ਤੋਂ ਸਰਕਾਰ ਤੁਹਾਡੀ ਆ, ਤੁਸੀਂ ਉਹਨਾਂ ਦੇ ਪ੍ਰੈਸ਼ਰ ਬਿਲਡ ਕਰਨਾ ਵੀ ਜਿਹੜਾ ਮਰਜ਼ੀ ਆਗੂ ਹੋਵੇ, ਜਿਹਦੇ ਮਰਜ਼ੀ ਨੇੜੇ ਹੋਵੇ, ਸਾਨੂੰ ਕਿਸਾਨ ਪਹਿਲਾਂ, ਕਿਸਾਨਾਂ ਦੇ ਜਿਹੜੇ ਪੈਸੇ ਬਕਾਇਆ ਉਹ ਪਹਿਲਾਂ ਉਹ ਪੇ ਕਰੋ, ਤਾਂ ਤੁਹਾਡੀ ਮਿੱਲਾਂ ਚੱਲਣਗੀਆਂ। ਇਹ ਉਹਨਾਂ ਦੇ ਸ਼ਿਕੰਜਾ ਕਸਣ, ਇਹ ਉਹਨਾਂ ਦੇ ਸ਼ਿਕੰਜਾ ਨਹੀਂ ਕੱਸ ਰਹੇ। 145 ਕਰੋੜ ਦਾ ਵਿਆਇਆ ਪ੍ਰਾਈਵੇਟ ਮਿੱਲਾਂ ਦਾ ਪਿਆ, 7 ਪ੍ਰਾਈਵੇਟ ਮਿੱਲਾਂ ਨੇ ਜੀ, ਤੇ 9 ਗਵਰਨਮੈਂਟ ਮਿੱਲਾਂ ਦਾ 54 ਕਰੋੜ ਦਾ ਵਿਆਇਆ ਪਿਆ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਹੂੰਗਾ ਵੀ 1947 ਤੋਂ ਬਾਅਦ ਪਹਿਲੀ ਵਾਰੀ ਹੋਇਆ ਵੀ 2019 ਦੇ ਪੈਸੇ ਹਜੇ ਤੱਕ 45 ਕਰੋੜ ਰੁਪਏ ਬੈਲੈਂਸ ਕਿਸਾਨਾਂ ਦਾ ਪਿਆ ਵਾ। ਅੱਜ ਤੱਕ ਕਦੇ ਇਹ ਹੋਇਆ ਨਹੀਂ। ਇੱਕ ਸੀਜ਼ਨ ਦੇ ਨਾਲ ਪੈਸੇ ਆ ਜਾਂਦੇ ਹੁੰਦੇ ਸੀ, ਪਹਿਲੀ ਵਾਰੀ ਹੋਇਆ ਵੀ 45 ਕਰੋੜ ਉਹ ਵੀ ਹਜੇ ਤੱਕ ਬੈਲੈਂਸ ਪਿਆ।
ਸਾਡੀ ਸਰਕਾਰ ਵੇਲੇ ਜਿੰਨੇ ਵੇਲੇ ਵੀ ਧਰਨੇ ਲੱਗੇ ਆ 2014 285 ਰੇਟ ਸੀਗਾ, 16 ਚ 295 ਕੀਤਾ, 17 ਚ 310 ਕੀਤਾ। ਜਿਵੇਂ ਕਿਸਾਨ ਆਗੂ ਬੈਠ ਕੇ ਗੱਲਬਾਤ ਕਰਦੇ ਸੀ, ਜੋ ਵੀ ਉਹਦਾ ਰਿਜ਼ਲਟ ਨਿਕਲਦਾ ਸੀ ਨਾਲ ਦੇ ਨਾਲ ਕੀਤਾ ਜਾਂਦਾ ਸੀ। ਪਰ ਅੱਜ ਮੈਂ ਹੈਰਾਨ ਇਸ ਗੱਲ ਤੋਂ ਵੀ 4.5 ਸਾਲ ਦਾ ਵਧਾਉਣਾ ਤਾਂ ਕੀ ਆ ਵੀ ਉਹਨਾਂ ਦੇ ਬਕਾਇਆ ਵੀ ਨਹੀਂ ਵਾਪਸ ਕਰ ਰਹੇ। ਹਾਲਾਂਕਿ ਚਾਹੀਦਾ ਤਾਂ ਇਹ ਆ, ਹਰਿਆਣੇ ਚ 350 ਆ, ਸੈਂਟਰ ਦੇ ਵਿੱਚ 2018 ਚ ਜਦੋਂ 285 ਰੇਟ ਸੀ ਉਦੋਂ ਅਸੀਂ ਪੰਜਾਬ ਚ 310 ਦੇ ਰਹੇ ਸੀ। ਅਸੀਂ ਸੈਂਟਰ ਤੋਂ 2 ਕਦਮ ਅੱਗੇ ਸੀ। ਅੱਜ ਅਸੀਂ ਸੈਂਟਰ ਤੋਂ ਕੀ ਆਪਦੇ ਗੁਆਂਢੀ ਸੂਬੇ ਤੋਂ ਇਹਨਾਂ ਪਿੱਛੇ ਜਾ ਚੁੱਕੇ ਆ। ਸੋ ਇਹਦਾ ਇੱਕੋ ਇੱਕ ਮੈਂ ਤਾਂ ਕਹੂੰਗਾ ਵੀ ਕਾਂਗਰਸ ਸਰਕਾਰ ਦੀ ਬੜੀ ਵੱਡੀ ਨਲਾਇਕੀ ਆ, ਇਹਨਾਂ ਦੇ ਲੀਡਰਾਂ ਦੀ ਨਲਾਇਕੀ ਆ। ਪਤਾ ਨਹੀਂ ਕਿੱਦਾਂ ਦਾ ਇਹਨਾਂ ਦਾ ਹੁਣ ਅੱਜ ਆਪਾਂ ਲੜ ਰਹੇ ਹਾਂ ਸੈਂਟਰ ਦੇ ਨਾਲ, ਤੁਸੀਂ ਪੰਜਾਬ 'ਚ ਜੇ ਕਿਸਾਨਾਂ ਨਾਲ ਧੱਕਾ ਕਰੋਗੇ ਤਾਂ ਸੈਂਟਰ 'ਚ ਅਸੀਂ ਕਿਵੇਂ ਲੜਾਈ ਲੜਾਂਗੇ? ਅੱਛਾ ਬਲੀਏਵਾਲ ਜੀ, ਗੱਲ ਵੈਸੇ ਦਰੁਸਤ ਹੈ। ਇੱਕ ਪਾਸੇ ਕਿਸਾਨ ਦਿੱਲੀ ਦੇ ਵਿੱਚ ਡਟੇ ਹੋਏ ਨੇ, ਇੱਕ ਪਾਸੇ ਪੰਜਾਬ ਜਿਹੜਾ ਆਪਣਾ ਉਹਨਾਂ ਦਾ ਹੋਮਲੈਂਡ ਆ, ਤਾਂ ਉੱਥੇ ਹੀ ਉਹਨਾਂ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ। ਇੱਥੇ ਵੀ ਪੱਕੇ ਧਰਨੇ ਦੀ ਤਿਆਰੀ ਹੋ ਰਹੀ ਹੈ। ਮੈਨੂੰ ਲੱਗਦਾ ਕਿ 2-3 ਦਿਨ ਦੇ ਵਿੱਚ ਹੱਲ ਨਾ ਨਿਕਲਿਆ ਤਾਂ ਜਿਹੜੀ ਸਥਿਤੀ ਹੈ, ਜਿਹੜੀ ਪਿਕਚਰ ਆ ਹੋਰ ਤਰ੍ਹਾਂ ਦੀ ਹੋ ਜਾਣੀ ਹੈ ਇੱਥੇ ਵੀ। ਮੈਂ ਇੱਕ ਬੇਨਤੀ ਕਰਾਂ, ਪਹਿਲਾਂ ਤਾਂ ਮੈਂ ਆਪਦੇ ਭਾਈ ਸਾਹਿਬ ਨੂੰ ਦਰੁਸਤ ਕਰ ਦਿੰਦਾ ਕਿ ਜਿਹੜਾ ਮੈਂ ਪੇਮੈਂਟ ਦੀ ਗੱਲ ਆਖੀ ਆ ਉਹ 20-21 ਦੀ ਪੇਮੈਂਟ ਬੈਲੈਂਸ ਆ, 19-20 ਦੀ ਪੇਮੈਂਟ ਨਹੀਂ ਬੈਲੈਂਸ। ਅਸੀਂ ਤਾਂ ਤੁਹਾਡੀ 17 ਤੋਂ ਪਹਿਲਾਂ ਵਾਲੀਆਂ ਵੀ ਆ ਕੇ ਅਸੀਂ ਉਹ ਹੀ ਚੁਕਾਈਆਂ ਨੇ। ਤੇ ਮੇਰੇ ਭਰਾ ਜੀ ਕੂਮਕਲਾਂ ਸਾਹਿਬ ਨੂੰ ਪੁੱਛ ਲਓ ਕਿ ਉਦੋਂ ਵੀ ਧਰਨੇ ਲੱਗਦੇ ਰਹਿੰਦੇ ਸੀ ਤੇ ਇਹਨਾਂ ਨੇ ਭਾਅ ਦੀ ਗੱਲ ਕੀਤੀ ਆ। ਮੈਂ ਭਾਅ ਵੀ ਦੱਸ ਦਿੰਦਾ ਕਿ 13-14 ਚ 290 ਰੁਪਏ ਸੀਗਾ ਆਪਣਾ ਢਾਲੀਵਾਲ ਸਾਹਿਬ, ਤੇ 14-15 ਚ 200 ਆ ਗਿਆ। ਉਸ ਤੋਂ ਬਾਅਦ 295 ਹੋਇਆ। ਮੇਰੇ ਕੋਲ ਇੱਕ ਲਿਸਟ ਆਈ ਹੋਈ ਆ ਪ੍ਰੋਪਰਲੀ। ਤੇ ਜਦੋਂ ਤੁਸੀਂ ਛੱਡ ਕੇ ਗਏ 300 ਰੁਪਇਆ ਸੀ, ਮਤਲਬ ਕਿ 4 ਸਾਲਾਂ ਦੇ 5 ਸਾਲਾਂ ਦੇ ਕਾਰਜਕਾਲ ਚ ਤੁਸੀਂ 10 ਰੁਪਏ ਰੇਟ ਵਧਾਇਆ ਤੇ ਆਪਾਂ ਗੱਲਾਂ ਕਰਦੇ ਆ ਹੋਰ। ਤੇ 2017 ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ 10 ਰੁਪਏ ਉਦੋਂ ਵਧਾਇਆ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ 15 ਰੁਪਏ ਦਾ ਫਿਰ ਵਾਅਦਾ ਕਰਤਾ। ਮੈਂ ਤਾਂ ਫਿਰ ਅੱਗੇ ਕਹਿ ਰਿਹਾ ਕਿ ਕੈਪਟਨ ਸਾਹਿਬ 10 ਰੁਪਏ ਤੋਂ ਹੋਰ ਸੋਚਦੇ ਪਏ ਆ ਅਸੀਂ ਕਿ ਇਹਨੂੰ ਵਧਾ ਦਿੱਤਾ ਜਾਵੇ। ਅਸੀਂ ਤਾਂ ਕਿਸਾਨਾਂ ਦੇ, ਤੁਸੀਂ ਫਿਗਰ ਮੈਚ ਕਰ ਲਓ। ਤੁਸੀਂ ਕਿਸਾਨ ਤੇ ਸ਼ਹੀਦੀ ਹੋਣ ਦੀ ਗੱਲ ਕਰ ਦਿੰਦੇ ਹੋ। ਤੁਸੀਂ ਕਹਿੰਦੇ ਸਾਡੇ ਬੰਦਿਆਂ ਨੇ ਚੂੜੀ ਟੈਟ ਕਰ ਲਓ, ਫਿਰ ਤੁਸੀਂ ਉਹ ਪਹੁੰਚ ਜਾਣਾ ਉੱਥੇ ਕਿ ਸਾਡੇ ਵਾਲਿਆਂ ਨਾਲ ਧੱਕਾ ਕਰਦੇ। ਮੈਂ ਤਾਂ ਬੜਾ ਮਿਲ ਦੀ ਗੱਲ ਕਰਦਾ ਜੀ ਤੇ ਫਰੀਦਕੋਟ ਵਾਲਿਆਂ ਦੀ ਗੱਲ ਕਰਦਾ। ਉੱਥੇ ਬੈਲੈਂਸ ਜ਼ਿਆਦਾ ਬਕਾਇਆ ਵਾ, ਬੈਲੈਂਸ ਉੱਥੇ ਜ਼ਿਆਦਾ ਬਕਾਇਆ ਵਾ। ਮੈਂ ਢਾਲੀਵਾਲ ਸਾਹਿਬ ਇਸੇ ਗੱਲ ਕਰਕੇ ਕਹਿ ਰਿਹਾ, ਜਿਹੜੀ ਦਸੂਹਾ ਵਾਲੀ ਮੇਲਾ ਉਹਨੇ ਕਿਉਂ ਨਹੀਂ ਕਲੀਅਰ ਕਰ ਚੁੱਕੀ ਆ, ਉਹ ਜਿੰਨਾ ਦੀ ਹੈਗੀ ਤੁਹਾਨੂੰ ਪਤਾ ਵਾ। ਪਰ ਬਲੀਏਵਾਲ ਸਾਹਿਬ, ਕਾਨੂੰਨ ਤਾਂ ਸਭ ਲਈ ਇੱਕੋ ਹੈ ਨਾ। ਤੁਸੀਂ ਕਾਰਵਾਈ ਫਿਰ ਹੋਣੀ ਚਾਹੀਦੀ ਹੈ, ਜਿਹੜਾ ਮਰਜ਼ੀ ਹੋਵੇ, ਪਾਰਟੀ ਜਿਹੜੀ ਮਰਜ਼ੀ ਹੋਵੇ। ਮੈਂ ਇੱਕ ਬੇਨਤੀ ਕਰਦਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ, ਅਸੀਂ ਪ੍ਰੈਸ਼ਰਾਈਜ਼ ਕਰ ਰਹੇ ਹਾਂ ਉਹਨਾਂ ਨੂੰ। ਮੈਂ ਤਾਂ ਇੱਕ ਗੱਲ ਆਖੀ ਹੈ, ਪਿਛਲੇ ਦਿਨੀ ਜਦੋਂ ਕੇਂਦਰ ਸਰਕਾਰ ਨੇ ਜਿਹੜਾ ਬਕਾਇਆ, ਅਸੀਂ ਪੰਜਾਬ ਦੇ ਵਿੱਚ ਸਾਡਾ ਕਿਸਾਨ ਹਜੇ ਵੀ ਖੁਸ਼ਹਾਲ ਹੈ ਕਿਉਂਕਿ ਸਾਡੇ ਇੱਥੇ ਪੇਮੈਂਟਾਂ ਜਾਈਆਂ। ਯੂਪੀ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ, 30,000 ਕਰੋੜ ਗੰਨਾ ਕਿਸਾਨਾਂ ਦਾ ਪਿਆ ਤੇ ਗੰਨਾ ਕਿਸਾਨਾਂ ਦੇ ਬਕਾਇਆ ਦੇਣ ਲਈ 2 ਰੁਪਏ ਐਕਸਾਈਜ਼ ਡਿਊਟੀ ਵਧਾਤੀ ਗਈ ਆ ਸੈਂਟਰ ਗਵਰਨਮੈਂਟ ਵੱਲੋਂ ਚੀਨੀ ਦੇ ਉੱਪਰ, ਪਰ ਸਾਡੇ ਕਿਸਾਨਾਂ ਨੂੰ ਨਹੀਂ ਮਿਲਦਾ। ਤੇ ਇਹ ਕੰਟਰੈਕਟ ਫਾਰਮਿੰਗ ਜਿਹੜੀ ਐਗਰੀਕਲਚਰ ਲਾਅ ਨੇ, ਮੈਂ ਕਹਿ ਰਿਹਾ ਹਜੇ ਵੀ ਅਸੀਂ ਇਸ ਦੇ ਵਿਚਾਰ ਅਧੀਨ ਆ। ਮੇ ਵੀ ਇਨਕਰੀਜ਼ ਹੋ ਜਾਏ ਕਿਉਂਕਿ ਤੇਲ ਦਾ ਵੀ ਰੇਟ ਵਧਿਆ, ਡੀਜ਼ਲ ਦਾ ਵਧਿਆ ਹੋਇਆ, ਹੋਰ ਲਾਗਤਾਂ ਵਧੀਆ। ਕੂਮਕਲਾਂ ਸਾਹਿਬ ਨੇ ਦੱਸੀਆਂ ਗੱਲ, ਮੈਂ ਇਹਨਾਂ ਨਾਲ ਬਿਲਕੁਲ ਐਗਰੀ ਹਾਂ। ਅਸੀਂ ਕਿਸਾਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਾਂ ਸਾਰੇ ਜਾਣੇ। ਸੋ ਉਸ ਚੀਜ਼ ਦੇ ਉੱਪਰ ਵਰਕ ਆਊਟ ਹੋ ਰਿਹਾ। ਮੈਂ ਫਿਰ ਕਹਿ ਰਿਹਾ ਕਿ 25-30 ਰੁਪਏ ਦਾ ਵਾਅਦਾ ਕੈਪਟਨ ਸਰਕਾਰ 3 ਸਾਲਾਂ ਦੇ 4 ਸਾਲਾਂ ਦੇ ਕਾਰਜਕਾਲ ਚ ਕਰ ਚੁੱਕੀ ਆ। ਇਹਨਾਂ ਦੀ ਗੱਲ ਡਿਮਾਂਡ ਬਿਲਕੁਲ ਜਾਇਜ਼ ਆ, ਬੈਲੈਂਸ ਮਿਲਣਾ ਚਾਹੀਦਾ। ਉਹਦੇ ਲਈ ਕਮੇਟੀ ਵੀ ਬਣਾਤੀ ਗਈ ਹੈ ਤੇ ਜਲਦ ਇਹਨਾਂ ਦੇ ਉਹ ਵੀ ਰਿਲੀਜ਼ ਕਰਵਾ ਦਾਂਗੇ। ਅੱਛਾ ਬਲੀਏਵਾਲ ਸਾਹਿਬ, ਜਿੰਨਾ ਕੁ ਵਾਧਾ ਹੋਇਆ ਇਹਨਾਂ 4 ਸਾਲ ਤੋਂ ਵੱਧ ਸਮੇਂ ਦੇ ਵਿੱਚ, ਤੁਹਾਨੂੰ ਲੱਗਦਾ ਕਿ ਇਹ ਠੀਕ ਹੈ? ਕਿਸਾਨ ਤਾਂ ਬਿਲਕੁਲ ਨਾ ਕਾਫੀ ਮੰਗਦੇ ਨੇ, ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਵਧੀ ਹੈ, ਚੀਜ਼ਾਂ ਦੇ ਰੇਟ ਵਧੇ ਨੇ, ਔਰ ਖਾਸ ਤੌਰ ਤੇ ਜਿਹੜਾ ਹਾਲ ਹੀ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਵਧੀਆਂ ਨੇ। ਦੇਖੋ ਬੇਨਤੀ ਇਹ ਆ ਕਿ ਜਿਹੜੀ ਇਹਦੀ SAP ਬਣੀ ਹੋਈ ਆ, ਰੇਟ ਤੈਅ ਕਰਨ ਲਈ FRP ਦਾ ਕੁਝ ਸਿਸਟਮ ਹੈਗਾ, ਕੇਂਦਰ ਦੀਆਂ ਟਰਮਸ ਨੇ, ਉਸ ਅਕੋਰਡਿੰਗਲੀ ਇਹ ਵਾਅਦੇ ਕੀਤੇ ਜਾਂਦੇ ਆ। 10% ਦੀ ਮੈਕਸਿਮਮ ਇਹਦੇ ਚ ਇਨਕਰੀਜ਼ ਦੀ ਗੱਲ ਆਖੀ ਹੋਈ ਹੈ ਜੋ ਫਾਰਮੂਲਾ ਚੱਲਿਆ ਆਦਾ। ਪਰ ਅਸੀਂ ਉਦੋਂ ਉੱਤੇ ਜਾ ਕੇ ਕਹਿ ਰਹੇ ਹਾਂ ਕਿ ਐਕਟੀਆਰ ਅਸੀਂ 15 ਰੁਪਏ ਦਾ ਰੇਟ ਦਾ ਵਾਅਦਾ ਕੀਤਾ। ਇਹਨਾਂ ਚੀਜ਼ਾਂ ਨੂੰ ਸੋਚਦੇ ਹੋਏ ਤੇ ਹੋਰ ਵੀ ਵਾਅਦੇ ਦੀ ਸੰਭਾਵਨਾ ਹੈਗੀ ਆ। ਜੇ ਸਾਡੀਆਂ ਜਥੇਬੰਦੀਆਂ ਸਾਨੂੰ ਕਹਿ ਰਹੀਆਂ ਅਸੀਂ ਕਿਸਾਨਾਂ ਦੇ ਨਾਲ ਖਲੋਤੇ ਆ, ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਖਲੋਤਾ, ਇਹ ਕਹਿਣਗੇ ਆਹ ਵਾਅਦਾ ਕਰ ਦੋ, ਜਿੰਨਾ ਵਾਜਬ ਹੋਇਆ ਉਹਦੇ ਚ ਉਹਨਾਂ ਅਸੀਂ ਵਾਅਦਾ ਹੋਰ ਵੀ ਕਰ ਦਾਂਗੇ। ਚਲੋ ਠੀਕ ਹੈ। ਅੱਛਾ ਗੁਰਵਿੰਦਰ ਜੀ, ਹੁਣ ਕਿਸਾਨ ਆਗੂਆਂ ਦਾ, ਕਿਸਾਨ ਜਥੇਬੰਦੀਆਂ ਦੀ ਕੀ ਸਟ੍ਰੈਟਜੀ ਹੈਗੀ ਹੈ, ਕੀ ਉਹਨਾਂ ਦੀ ਹੁਣ ਰਣਨੀਤੀ ਹੈ? ਕਿਉਂਕਿ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਗੱਲਬਾਤ ਦਾ, ਔਰ ਕਿਉਂਕਿ ਲੋਕ ਬਹੁਤ ਵੱਡੇ ਪੱਧਰ ਤੇ ਪਰੇਸ਼ਾਨ ਹੋ ਰਹੇ ਨੇ ਕਿਸਾਨਾਂ ਦੀ। ਚਲੋ ਮੰਗਾਂ ਨੇ ਕਿਸਾਨਾਂ ਦੀ, ਕਿਸਾਨ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਪਰ ਇੱਕ ਆਮ ਲੋਕਾਂ ਦਾ ਬਹੁਤ ਨੁਕਸਾਨ ਹੈ। ਦੇਖੋ ਜੀ, ਆਮ ਲੋਕਾਂ ਦਾ ਨੁਕਸਾਨ ਕਿਸਾਨ ਦੇ ਨਾਲ ਹੀ ਆ, ਕਿਉਂਕਿ ਜੇ ਕਿਸਾਨ ਕੋਲੇ ਪੈਸਾ ਹੁੰਦਾ, ਕਿਸਾਨ ਖੁਸ਼ਹਾਲ ਹੁੰਦਾ, ਤਾਂ ਉਹਦੇ ਨਾਲ ਮਜ਼ਦੂਰ
ਖੇਤੀ ਨਾਲ ਸੰਬੰਧਿਤ ਕਾਰੋਬਾਰ ਕਰਨ ਵਾਲੇ ਆਮ ਜੋ ਵੀ ਇੱਥੇ ਦੁਕਾਨਦਾਰੀ ਕਰਦਾ ਉਹ ਸਾਰੇ ਖੁਸ਼ਹਾਲ ਹੁੰਦੇ ਆ। ਜੇ ਕਿਸਾਨ ਹੀ ਮਰਿਆ ਤਾਂ ਨਾਲ ਸਾਰੇ ਹੀ ਮਰਦੇ ਨੇ। ਦੂਸਰਾ ਨੰਬਰ ਇਹ ਕਹਿ ਰਹੇ ਨੇ ਵੀ ਯੂਪੀ ਦਾ ਹਾਲ ਦੇਖ ਲਓ। ਅਸੀਂ ਪੰਜਾਬ ਨੂੰ ਯੂਪੀ ਨਹੀਂ ਨਾ ਬਣਾਉਣਾ, ਅਸੀਂ ਇਹਨੂੰ ਹੋਰ ਖੁਸ਼ਹਾਲ ਕਰਨਾ ਚਾਹੁੰਦੇ ਹਾਂ, ਅਸੀਂ ਇਹਨੂੰ ਹੋਰ ਉੱਪਰ ਚੱਕਣਾ ਚਾਹੁੰਦੇ ਹਾਂ। ਅਸੀਂ ਯੂਪੀ ਨਾਲ ਮੁਕਾਬਲਾ ਕਿਉਂ ਕਰੀਏ? ਅਸੀਂ ਉਸ ਅਮਰੀਕਾ ਕੈਨੇਡਾ ਵਰਗੀਆਂ ਸਟੇਟਾਂ ਨਾਲ ਮੁਕਾਬਲਾ ਕਰੀਏ ਵੀ ਉਹਨਾਂ ਦੇ ਕਿਸਾਨ ਕਿਵੇਂ ਖੁਸ਼ਹਾਲ ਹੋ ਰਹੇ ਆ, ਹੋਰ ਕਿਵੇਂ ਹੋ ਰਹੇ ਨੇ। ਤੁਸੀਂ ਸਾਡੀ ਗੱਲ ਕਰੋ, ਸਾਨੂੰ ਦੂਸਰੇ ਦੀ ਕੋਈ ਸਾਨੂੰ ਲੋੜ ਨਹੀਂ। ਸਾਡੇ ਹੱਕਾਂ ਬਾਰੇ ਤੁਸੀਂ ਲੜੋ, ਤੁਸੀਂ ਸਰਕਾਰ ਦੇ ਵਿੱਚ ਬੈਠੇ ਹੋ। ਕੈਪਟਨ ਸਾਹਿਬ ਨੂੰ ਚਾਹੀਦਾ, ਜੋ ਯੂਨੀਵਰਸਿਟੀਆਂ ਨੇ ਉਹ ਕਿਸੇ ਦਾ ਪੱਖਪਾਤ ਨਹੀਂ ਕਰਦੀਆਂ, ਉਹ ਖੇਤੀ ਲਾਗਤ ਕਮਿਸ਼ਨ ਕੱਢਦੀਆਂ ਨੇ, ਕੀ ਲਾਗਤ ਆ ਗਈ, ਕੀ ਇਹਨਾਂ ਨੇ ਬੀਜ ਪਾ ਲਿਆ, ਉਹਦੀ ਸਿਫਾਰਿਸ਼ ਹੀ ਮੰਨ ਕੇ ਸਾਨੂੰ ਪਾ ਦਿਓ। ਇਹ ਤਾਂ ਤੁਹਾਡਾ ਸਟੇਟ ਦਾ ਸਬਜੈਕਟ ਆ, ਤੁਸੀਂ ਦੇ ਸਕਦੇ ਹੋ, ਕੋਈ ਐਡੀ ਵੱਡੀ ਗੱਲ ਨਹੀਂ। ਤੁਸੀਂ ਦੇਖੋ ਕਿੰਨੇ ਤੁਸੀਂ ਆਪਣੇ ਆਪ ਗੁਰਵਿੰਦਰ ਤਨਖਾਹ 'ਚ ਵਾਧੇ ਕਰ ਗੁਰਵਿੰਦਰ ਜੀ, ਤੁਹਾਡੇ ਜਦੋਂ ਕਿਸਾਨ ਆਗੂਆਂ ਦੀ ਗੱਲਬਾਤ ਹੁੰਦੀ ਹੋਊਗੀ ਆਫ ਦਾ ਰਿਕਾਰਡ, ਤੁਹਾਡੇ ਤੋਂ ਥੋੜਾ ਜਿਹਾ ਜਾਣਨਾ ਚਾਹਾਂਗੇ, ਜੇ 400 ਤੋਂ ਘੱਟ ਕੋਈ ਪ੍ਰਾਈਸ ਤੈਅ ਹੁੰਦਾ, ਕੋਈ ਨੈਗੋਸ਼ੀਏਟ ਵਗੈਰਾ ਕਰਨਗੇ ਕਿਸਾਨ ਕੇ 400 ਤੱਕ ਹੀ ਮੰਨਣਗੇ? ਹਜੇ ਤੱਕ ਤਾਂ ਜੀ ਜੋ ਵੀ ਸਾਡੀ ਗੱਲਬਾਤ ਹੋਈ ਹੈ, ਕੱਲ ਵੀ ਅਸੀਂ ਉੱਥੇ ਜਲੰਧਰ ਬੈਠੇ ਸੀ, ਮੀਟਿੰਗ ਹੋਈ ਸੀ, ਵੀ ਸਭ 400 ਤੇ ਹੀ ਵਜੇ ਸੀ, ਕਿਉਂਕਿ 398 ਰੁਪਏ ਤਾਂ ਇਹ ਯੂਨੀਵਰਸਿਟੀ ਨੇ ਰੇਟ ਕੱਢਿਆ ਹੋਇਆ। ਦੂਸਰੇ ਨੰਬਰ ਤੇ ਜਦੋਂ ਸਰਕਾਰ ਬੁਲਾ ਰਹੀ ਹੈ, ਸਾਡੀ ਲੀਡਰਸ਼ਿਪ ਫੈਸਲਾ ਕਰੂਗੀ ਇਹਨਾਂ ਨਾਲ ਮੀਟਿੰਗ ਕਰਨ ਜਾਣ ਵਾਸਤੇ, ਉਹ ਉੱਥੇ ਸੀਨੀਅਰ ਲੀਡਰ ਸਾਹਿਬਾਨ ਫੈਸਲਾ ਕਰਨਗੇ। ਮੈਂ ਆਪਣੇ ਲੈਵਲ ਤੇ ਕੁਝ ਕਹਿ ਨਹੀਂ ਸਕਦਾ, ਕਿਉਂਕਿ ਬਹੁਤ ਸੂਝਵਾਨ ਸਾਡੀ ਲੀਡਰਸ਼ਿਪ ਆ, ਫੈਸਲਾ ਦੇਖ ਕੇ ਲੈਣਗੇ। ਅਸੀਂ ਵੀ ਕਿਸੇ ਨੂੰ ਤੰਗ ਪਰੇਸ਼ਾਨ, ਰਾਹਗੀਰ ਨੂੰ ਵੀ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਅੱਜ ਸਵੇਰ ਦਾ ਮੀਂਹ ਪੈ ਰਿਹਾ, ਦੇਖੋ ਕਿੰਨੇ ਲੋਕ ਮੁਸ਼ਕਲ ਦੇ ਵਿੱਚ ਬੈਠੇ ਆ। ਸੜਕਾਂ ਤੇ ਬੈਠਣਾ ਕਿਤੇ ਸੌਖੀ ਗੱਲ ਹੈ? ਘਰ-ਬਾਰ ਛੱਡ ਕੇ ਕਿੰਨਾ ਚਿਰ ਹੋ ਗਿਆ ਸਾਨੂੰ ਦਿੱਲੀ ਬੈਠਿਆਂ ਨੂੰ। ਤੇ ਸਰਕਾਰ ਨੂੰ ਮੈਂ ਤਾਂ ਕਹਿੰਦਾ ਲਾਸਟ ਸਾਲ ਆ, ਇਹਨਾਂ ਨੂੰ ਆਪਣਾ ਜਾਂਦੇ ਇਹ ਕਰ ਦੇਣਾ ਚਾਹੀਦਾ। 400 ਕਰਨ, ਕਿਸਾਨਾਂ ਨੂੰ ਖੁਸ਼ ਕਰਨ, ਸਾਡਾ ਧਿਆਨ ਦਿੱਲੀ ਤੇ ਕੇਂਦਰਿਤ ਰਹਿਣ ਦੇ। ਇਹ ਜਿਹੜੇ ਵੱਡੇ ਮਾਰੂ ਪਹਿਲਾਂ ਅਸੀਂ ਉੱਥੇ ਜਾ ਕੇ ਲੜੀਏ। ਚਲੋ ਠੀਕ ਹੈ, ਤੁਸੀਂ ਸਾਡਾ ਧਿਆਨ ਨੂੰ ਪੰਜਾਬ ਵੱਲ ਨਾ ਅੱਛਾ ਠੀਕ ਹੈ। ਅੱਛਾ ਬਲੀਵਾਲ ਜੀ, ਮੈਂ ਥੋੜਾ ਜਿਹਾ ਬਰੀਫ ਦੇ ਵਿੱਚ ਆਊਂਗਾ, ਫਿਰ ਪ੍ਰਭਜੋਤ ਕੋਲੋਂ ਪੁੱਛਦੇ ਹਾਂ ਕਿੰਨਾ ਕੁ ਟੈਕਨੀਕਲੀ ਕਿੰਨਾ ਕੁ ਔਖਾ ਹੈ ਜੇ 400 ਜਿਹੜਾ ਪ੍ਰਾਈਜ਼ ਹੈ ਇਹਦੇ ਉੱਤੇ ਆ ਕੇ ਗੱਲ ਮੁਕਾਉਣੀ, ਕਿੰਨਾ ਕੁ ਔਖਾ ਹੈਗਾ? ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੇਂਦਰ ਵੱਲੋਂ ਸੁਝਾਏ ਜਿਹੜੇ ਨਿਯਮ ਨੇ ਉਹਨਾਂ ਦੇ ਅਨੁਸਾਰ ਇਹ ਚੀਜ਼ਾਂ ਸੰਭਵ ਹੈਗੀਆਂ ਨੇ? ਦੇਖੋ ਗੱਲ ਇਹ ਆ ਕਿ ਜਦੋਂ ਬੈਠਾਂਗੇ ਗੱਲ ਕਰਾਂਗੇ, ਕੁਝ ਗਿਵ ਐਂਡ ਟੇਕ ਦੀ ਗੱਲ ਹੈ ਕਿ ਅਸੀਂ ਆਪ ਦੀ ਗੱਲ ਦੱਸਾਂਗੇ, ਕਿਸਾਨ ਯੂਨੀਅਨਸ ਵਾਲਿਆਂ ਨੇ ਆਪ ਦੀ ਗੱਲ ਦੱਸਣੀ ਆ। ਅਸੀਂ ਇਹਨਾਂ ਨੂੰ ਸੱਦਾ ਦਿੱਤਾ ਹੋਇਆ, ਜੇ ਪੋਸੀਬਲ ਹੋਇਆ ਮੈਂ ਕਹਿ ਰਿਹਾ ਕਿ ਗ੍ਰੇਡ ਦੇ ਵਾਧੇ ਬਾਰੇ ਵਿਚਾਰ ਹੋਰ ਕੀਤਾ ਜਾ ਰਿਹਾ ਵਾ ਸੀਐਮ ਸਾਹਿਬ ਵੱਲੋਂ। ਉਹ ਜਦੋਂ ਸੀਐਮ ਸਾਹਿਬ ਦੇ ਨਾਲ ਇਹਨਾਂ ਦੀ ਮੀਟਿੰਗ ਹੋਊਗੀ ਆਉਣ ਵਾਲੇ ਦਿਨਾਂ 'ਚ, 1-2 ਦਿਨਾਂ ਦੇ ਵਿੱਚ ਹੀ ਇਹ ਮੈਨੂੰ ਲੱਗਦਾ ਕਿ ਇਹ ਸਾਰਾ ਮੈਟਰ ਸੋਲਵ ਆਊਟ ਹੋ ਜਾਊਗਾ। ਜੋ ਸਾਡੇ ਕਿਸਾਨਾਂ ਦੀ ਲਾਗਤ, ਮੈਂ ਆਪ ਮੰਨਦਾ ਕਿ ਵੱਧ ਰੇਟ ਮਿਲਣਾ ਚਾਹੀਦਾ, ਕਿਉਂ ਨਹੀਂ ਮਿਲਣਾ ਚਾਹੀਦਾ? ਜਦੋਂ ਗੰਨਾ ਜਿਹੜੀਆਂ ਸ਼ੂਗਰ ਮਿਲਸ ਨੇ ਉਹ ਪ੍ਰੋਫਿਟ ਕਮਾ ਰਹੀਆਂ ਇਹਨਾਂ ਤੋਂ, ਤਾਂ ਪ੍ਰੋਫਿਟ ਦਾ ਹਿੱਸੇਦਾਰੀ ਸਾਡੇ ਕਿਸਾਨਾਂ ਦੀ ਬਣਦੀ ਆ, ਉਸ ਕਿਸਾਨਾਂ ਦੀ ਜੇਬ 'ਚ ਜਾਣੀ ਚਾਹੀਦੀ ਆ। ਉਸ ਲਈ ਅਸੀਂ ਵਚਨਬੱਧ। ਚਲੋ ਠੀਕ ਹੈ। ਅੱਛਾ ਪ੍ਰਭਜੋਤ, ਜਿਹੜਾ ਇਹ ਪੂਰਾ ਮਾਹੌਲ ਹੈ, ਕਿਉਂਕਿ ਇਸ ਵਾਰ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ, ਮੈਨੂੰ ਲੱਗਦਾ ਕਿ ਪੂਰੀ ਜਿਹੜੀ ਸਿਆਸਤ ਹੈ ਉਹਨੂੰ ਕਿਸਾਨੀ ਨੇ ਵੀ ਪ੍ਰਭਾਵਿਤ ਕਰਨਾ ਹੈ। ਕਿਸਾਨ ਅੰਦੋਲਨ ਦੀ ਬਹੁਤ ਵੱਡੀ ਛਾਪ ਰਹਿਣੀ ਆ, ਕੋਈ ਇਸ ਤੋਂ ਮੁਨਕਰ ਨਹੀਂ ਹੋ ਸਕਦਾ। ਪਰ ਜਿਵੇਂ ਹੁਣ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ, ਲੱਗਦਾ ਕਿ ਕਾਂਗਰਸ ਨੂੰ ਡੈਮੇਜ ਕਰਨਗੀਆਂ ਇਹ ਚੀਜ਼ਾਂ? ਦੇਖੋ ਜੀ, ਬਿਲਕੁਲ ਡੈਮੇਜ ਕਰਨੀ ਆ। ਅੱਜ 4.5 ਸਾਲ ਬੀਤ ਜਾਣ ਤੋਂ ਬਾਅਦ ਇਹ ਜੇ ਮਾਮੂਲੀ 15 ਰੁਪਏ ਜਾਂ 10 ਰੁਪਏ ਦਾ ਵਾਧਾ ਕਰ ਰਹੇ। ਇਹ ਸੋਚੋ ਵੀ ਜਦੋਂ ਆਪਾਂ 350 ਦੇ ਹਿਸਾਬ ਨਾਲ ਪੰਜਾਬ ਦੇ ਕਿਸਾਨਾਂ ਦੀ ਆਮਦਨ ਲਾਉਂਦੇ ਆ, ਤਾਂ 1 ਏਕੜ ਦੇ ਵਿੱਚ 14,000 ਰੁਪਏ ਦੀ ਫਰਕ ਪੈਂਦਾ, ਤੇ 2.5 ਲੱਖ ਹੈਕਟੇਅਰ ਦੇ ਤਕਰੀਬਨ ਸਾਰੇ ਪੰਜਾਬ 'ਚ ਗੰਨਾ ਉਤਪਾਦਨ ਆ। ਉਸ ਹਿਸਾਬ ਨਾਲ 2,000 ਕਰੋੜ ਰੁਪਏ ਦਾ ਤਾਂ ਚੂਨਾ ਆਪਾਂ ਕਿਸਾਨਾਂ ਨੂੰ ਲਾਤਾ ਜੀ। ਠੀਕ ਹੈ ਨਾ ਜੀ। ਅੱਜ 4.5 ਸਾਲ ਬਾਅਦ ਆਪਾਂ 15-20 ਰੁਪਏ ਵਧਾ ਕੇ ਉਹਨਾਂ ਦੇ ਜ਼ਖਮਾਂ ਨੂੰ ਮਲਮ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਕਿਸਾਨ ਵੀ ਸਿਆਣੇ ਆ, ਲੋਕ ਵੀ ਸਿਆਣੇ ਆ, ਦੇਖ ਰਹੇ ਆ ਵੀ ਜਿਹੜਾ ਘਾਟਾ ਸਾਨੂੰ ਪੈ ਰਿਹਾ ਆ। 90,000 ਕਰੋੜ ਦਾ ਇਹਨਾਂ ਨੇ ਕਹਿਤਾ ਸੀ ਤੁਸੀਂ ਕਰਜ਼ਾ ਮਾਫ ਕਰਾਂਗੇ, ਕਰਜ਼ਾ ਮਾਫ ਕੀਤਾ 4500 ਕਰੋੜ ਰੁਪਏ ਦਾ। ਸੋ ਇਹ ਗੱਲਾਂ ਕਹਿਣੀਆਂ ਜਦੋਂ ਇਹ ਸੱਤਾ ਦੇ ਵਿੱਚ ਆ ਰਹੇ ਸੀ, ਵੱਡੇ ਸਬਜ਼-ਬਾਗ ਦਿਖਾ ਰਹੇ ਸੀ। ਅੱਜ ਇੱਕ ਸਾਡੇ ਸਤਿਕਾਰਯੋਗ ਕਿਸਾਨ ਆਗੂ ਨਹੀਂ, ਸਾਰੀ ਦੁਨੀਆ ਕਹਿ ਰਹੀ ਆ ਵੀ ਜਾਣ ਲੱਗਿਆ ਜਾਂਦੇ ਕਰ ਦੋ। ਇਹ ਲੋਕਾਂ ਦੇ ਦਿਲ ਦੀ ਆਵਾਜ਼ ਆ, ਲੋਕਾਂ ਦੀ ਮੂੰਹ ਦੀ ਆਵਾਜ਼ ਆ, ਇਹ ਜਨ ਆਵਾਜ਼ ਆ ਵੀ ਇਹ ਜਾਣ ਲੱਗੇ ਆ। ਹੁਣ ਜਾਂਦੇ ਜੇ 10-20 ਰੁਪਏ ਵਧਾਉਣਗੇ ਜਾਂ ਮੀਟਿੰਗਾਂ ਕਰਨਗੇ, ਇੰਨੇ ਸਾਲਾਂ ਤੋਂ ਇਹਨਾਂ ਨੂੰ ਮੀਟਿੰਗਾਂ ਜਾਂ ਇੰਨੇ ਮਹੀਨਿਆਂ ਤੋਂ ਕਿਸਾਨ ਆਗੂ ਇਹਨਾਂ ਦੇ ਸੰਪਰਕ 'ਚ ਸੀਗੇ, ਇਹਨਾਂ ਨੂੰ ਆਪ ਹੀ ਪਤਾ ਹੋਣਾ ਚਾਹੀਦਾ ਵੀ ਜੇ ਅਸੀਂ ਵਾਅਦੇ ਕਰਕੇ ਸਰਕਾਰ ਦੇ ਵਿੱਚ ਆਏ ਸੀ ਤਾਂ ਉਹ ਵਾਅਦਿਆਂ ਵਾਸਤੇ ਕੀ ਕਰ ਰਹੇ ਆ। ਤੇ ਇਹ ਸੱਤਾ 'ਚ ਆਉਂਦੇ ਸਾਥ ਆਪਦੇ ਕੋਈ ਸਿਸਵਾ ਫਾਰਮ ਦੇ ਵਿੱਚ ਬੈਠਾ ਕੋਈ ਸ਼ੋਅ ਕਰ ਰਿਹਾ, ਤੇ ਅੱਜ 4.5 ਸਾਲ ਬੀਤ ਜਾਣ ਤੋਂ ਬਾਅਦ ਉਹੀ ਪ੍ਰਸ਼ਾਂਤ ਕਿਸ਼ੋਰ ਨੂੰ ਦੁਬਾਰਾ ਬੁਲਾਇਆ ਜਾ ਰਿਹਾ, ਉਹੀ ਸਿੱਧੂ ਸਾਹਿਬ ਆ ਗਏ ਵੀ ਇੱਕ ਨਵਾਂ ਚਿਹਰਾ। ਕਿਉਂਕਿ ਇਹ ਦੁਨੀਆ ਦੇ ਵਿੱਚ, ਪੰਜਾਬ ਦੇ ਵਿੱਚ ਸਾਰੇ ਆਗੂ। ਚਲੋ ਬਲੀਏਵਾਲ ਜੀ ਮੁਸਕਰਾ ਰਹੇ ਨੇ, ਕਹਿਣਾ ਵਿਚਾਰੇ ਨੇ। ਹਾਂਜੀ ਬਲੀਏਵਾਲ ਜੀ, ਕਰ ਲਓ ਐਡ।
ਮੈਂ ਤਾਂ ਬੇਨਤੀ ਕਰਦਾ, ਇਹ ਕਹਿੰਦੇ ਜਾ ਰਹੇ ਨੇ, ਅਸੀਂ ਜਾ ਨਹੀਂ ਰਹੇ। ਇਹ ਵਾਲੀ ਸੱਤਾ ਜਿਹੜੀ ਹੈਗੀ ਆ ਉਹ 2022 ਦੇ ਵਿੱਚ ਦੁਬਾਰਾ ਰਿਪੀਟ ਹੋਣ ਜਾ ਰਹੀ ਹੈ। ਜੋ ਅਸੀਂ ਕੰਮ ਕਰ ਰਹੇ ਹਾਂ, ਇਹ ਤੁਸੀਂ 4500 ਕਰੋੜ ਹੀ ਕਹਿੰਦੇ ਹੋ, ਤੁਸੀਂ ਕਿਸੇ ਦੇ 45 ਰੁਪਏ ਮਾਫ ਕੀਤੇ ਸੀਗੇ ਵੀਰ ਜੀ ਤੁਹਾਡੇ ਟਾਈਮ ਦੇ ਅਨੁਸਾਰ। ਤੇ ਪਰ ਬਲੀਏਵਾਲ ਸਾਹਿਬ ਕਹਿੰਦੇ, ਇੱਕ ਮਿੰਟ ਮੇਰੀ ਬੇਨਤੀ ਹੈ, ਇੱਕ ਬੇਨਤੀ ਹੈ, ਇੱਕ 10 ਰੁਪਏ ਦਾ ਵਾਧਾ ਇਹ ਕਹਿੰਦੇ ਆ ਘੱਟ ਕੀਤਾ, 15 ਦਾ ਵੱਧ ਕੀਤਾ। ਤੁਸੀਂ ਆਪਦੇ ਸਰਕਾਰ ਦੇ ਆંકੜੇ ਕੱਟੋ ਨਾ, ਤੁਸੀਂ ਕਿੰਨਾ ਕਰਕੇ ਗਏ ਸੀ? 10 ਰੁਪਏ ਤੁਸੀਂ ਕੀਤਾ ਸਾਡੀ ਸਰਕਾਰ 4 ਸਾਲਾਂ ਦੇ ਸੜਕਾਂ ਜਾਮ ਹੋਈਆਂ ਵਿੱਚ। ਸਾਨੂੰ 25 ਸਾਡੀ ਸਰਕਾਰ ਨਹੀਂ, ਆਹ ਤਾਂ ਕੂਮਕਲਾ ਸਾਹਿਬ ਬੈਠੇ ਨੇ, ਇਹ ਹੁਣ ਇਹ ਕੀ ਕਹਿਣਗੇ? ਇਹ ਹੁਣ ਉਸ ਵੇਲੇ ਚੇਅਰਮੈਨ ਸੀਗੇ, ਇਹਨਾਂ ਦੇ ਆਗੂ, ਇਹ ਗੱਲਾਂ ਨਹੀਂ ਸੋਭਦੀਆਂ ਹੁੰਦੀਆਂ। ਠੀਕ ਆ, ਬਾਦਲ ਸਾਹਿਬ ਦੀ ਸਟਾਈਲ ਹੋਰ ਸੀਗਾ, ਸਾਡਾ ਸਟਾਈਲ ਕੰਮ ਕਰਨ ਦਾ ਹੋਰ ਹੈ। ਅਸੀਂ 5,85,000 ਲੋਕਾਂ ਦਾ ਕਰਜ਼ਾ ਵੀ ਮਾਫ ਕੀਤਾ, ਕੱਲ ਵੀ 2,85,000 ਲੋਕਾਂ ਦਾ ਕਰਜ਼ਾ ਮਾਫ ਕੀਤਾ। ਤੁਹਾਡੇ ਟਾਈਮ ਕਰਜ਼ਾ ਮਾਫੀ ਹੈ ਨਹੀਂ, ਤੁਹਾਡੇ ਟਾਈਮ ਤੇ ਕਰਜ਼ੇ ਵਧੇ ਆ ਲੋਕਾਂ ਦੇ ਉੱਪਰ, ਅਸੀਂ ਉਹਨੂੰ ਰਿਲੈਕਸ ਕੀਤਾ। ਇਸੇ ਕਰਕੇ ਪਰ ਬਲੀਏਵਾਲ ਸਾਹਿਬ, ਸਾਡੀ ਸਰਕਾਰ ਐਡੇ ਵੱਡੇ ਧਰਨੇ ਤਾਂ ਚਲੋ ਲੱਗਦੇ ਰਹੇ ਨੇ, ਪਰ ਇਸ ਲੈਵਲ ਦੇ ਉੱਤੇ ਬਿਲਕੁਲ ਤੁਸੀਂ ਦੇਖੋ ਕਿ ਕਿਹੜਾ ਮੁੱਖ ਮਾਰਗ ਜਾਮ ਕੀਤਾ ਹੋਇਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਐਡਾ ਧਰਨਾ ਸਟੇਟ ਦੇ ਵਿੱਚ ਲੱਗ ਜਾਣਾ। ਕਿਸਾਨੀ ਤੇ ਆਧਾਰਿਤ ਜਿਹੜਾ ਸੂਬਾ ਹੋਵੇ, ਉਹਦੇ ਵਿੱਚ ਕਿਸਾਨਾਂ ਦੇ ਵੱਲੋਂ ਬਕਾਇਆ ਰਾਸ਼ੀ ਲੈਣ ਨੂੰ ਲੈ ਕੇ, ਮੰਗਾਂ ਨੂੰ ਲੈ ਕੇ ਜਿਹੜਾ ਐਡਾ ਧਰਨਾ ਲੱਗਣਾ। ਦੇਖੋ ਮੈਮ, ਆਪ ਕਹਿ ਰਹੇ ਜੀ ਸਾਹਿਬ ਅੱਜ ਸੈਂਟਰ ਦੇ ਖਿਲਾਫ ਲੜਾਈ ਲੜ ਰਹੇ ਹਾਂ। 200 ਕਰੋੜ ਰੁਪਏ ਦਾ ਬੈਲੈਂਸ ਸਾਡੇ ਕਿਸਾਨਾਂ ਦਾ ਖੜਾ ਵਾ। ਜਿਹੜੀਆਂ ਮਿਲਸ ਨੇ, ਜਿੱਥੇ ਪ੍ਰਾਈਵੇਟ ਮਿਲਸ ਜ਼ਿਆਦਾ ਨੇ, ਅਸੀਂ ਉਹਨਾਂ ਦੇ ਉੱਪਰ ਪੂਰਾ ਪ੍ਰੈਸ਼ਰ ਪਾਵਾਂਗੇ। ਉਹਨਾਂ ਦੇ ਫੰਡਸ ਦੀ ਅਸੀਂ ਅੱਜ ਕਹਿ ਰਹੇ ਹਾਂ ਕਿ ਕੱਲ ਨੂੰ ਇੱਕ ਛੁੱਟੀ ਵਾਲਾ ਦਿਨ ਆ, ਅੱਜ ਵੀ ਛੁੱਟੀ ਵਾਲਾ ਦਿਨ ਸੀਗਾ, ਸੋਮਵਾਰ ਤੱਕ ਇਸ ਮਸਲੇ ਦਾ ਹੱਲ ਕਰਤਾ ਜਾਓ। ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ, ਕੱਲ ਨੂੰ ਤਿਉਹਾਰ ਵਾਲਾ ਦਿਨ ਹੈ, ਨਾ ਬਲੌਕਿੰਗ ਕਰੋ, ਆਪਾਂ ਕਰਾਂਗੇ ਤਿਉਹਾਰ ਮਨਾਈਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਚਨਬੱਧ ਹੈ, ਇਸ ਮਸਲੇ ਦਾ ਹੱਲ ਬਿਨਾਂ ਧਰਨਾ ਲਾਏ ਹੀ ਹੋ ਜਾਣਾ ਸੀਗਾ, ਪਰ ਤੁਸੀਂ ਧਰਨਾ ਲਾਇਆ, ਕੋਈ ਨਾ, ਉਹਨਾਂ ਨੂੰ ਚੱਕ ਲਓ, ਤੁਹਾਡਾ ਮਸਲਾ ਹੱਲ ਕਰ। ਇੱਕ ਲਾਸਟ ਕਮੈਂਟ ਗੁਰਵਿੰਦਰ ਜੀ ਤੋਂ। ਹਾਂਜੀ, ਅਸੀਂ ਯਕਦਮ ਧਰਨਾ ਨਹੀਂ ਲਾਇਆ, ਅਸੀਂ ਬਾਰ-ਬਾਰ ਆ ਕੇ ਸਰਕਾਰ ਨੂੰ ਕਹਿੰਦੇ ਰਹੇ ਹਾਂ ਕਿ ਸਾਡੀ ਗੱਲ ਸੁਣੋ, ਸਾਡੇ ਗੰਨੇ ਦਾ ਬਕਾਇਆ ਦਿਓ, ਸਾਡੇ ਭਾਅ ਦੇ ਵਿੱਚ ਵਾਧਾ ਕਰੋ। ਦੂਸਰਾ ਜੋ ਇਹ ਕਹਿੰਦੇ ਵੀ ਚੇਅਰਮੈਨ ਰਹੇ ਆ, ਜੇ ਚੇਅਰਮੈਨ ਰਹੇ ਆ, ਕੰਮ ਕਰਕੇ ਦਿਖਾਏ ਨੇ, ਕੰਮ ਕੀਤਾ ਠੋਕ ਕੇ। ਤੁਹਾਡੇ ਪਿੰਡ ਨੂੰ ਕਿੱਡੀ ਕਿ ਸੜਕ ਜਾਂਦੀ ਸੀ, ਕਿਹੋ ਜਿਹੀਆਂ ਸੜਕਾਂ ਬਣਵਾਤੀਆਂ। ਤੇ ਜੋ ਗੰਨੇ ਦੇ ਭਾਅ ਦਾ ਹੁੰਦਾ ਸੀ, ਉਹ ਵੀ ਇਹਨਾਂ ਨਾਲ ਗੱਲ ਕਰਦੇ ਸੀ। ਜਦੋਂ ਬਕਾਇਆ ਹੁੰਦਾ ਸੀ, ਇੱਕ ਦਿਨ ਘਵਾੜਾ ਕੱਲੇ ਚੌਂਕ 'ਚ ਬੈਠ ਕੇ ਅਸੀਂ ਗੰਨੇ ਦੇ ਬਕਾਇਆ ਲੈ ਕੇ ਦੇ ਦਿੰਦੇ ਸੀ। ਤੁਹਾਡੀ ਪੁਰਾਣੀ ਸਰਕਾਰ ਮੌਕੇ ਵੀ ਖਰੜ ਚੌਂਕ 'ਚ ਸਾਨੂੰ 15 ਦਿਨ ਤੁਸੀਂ ਬਿਠਾਇਆ ਸੀ। ਲੋਹੜੀ ਸਾਡੀ ਉੱਥੇ ਲੰਘਾਈ ਸੀ, ਐਤਕੀ ਰੱਖੜੀ ਸਾਡੀ ਉੱਥੇ ਲੰਘਾਉਣੀ ਆ। ਤੁਸੀਂ ਆਪ ਦੀ ਗੱਲ ਦੇਖੋ ਜੀ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਕਿਸਾਨ ਦੇ ਪੁੱਤਰ ਹੋ, ਕਿਸਾਨ ਦੀ ਗੱਲ ਕਰੋ। ਜਿੱਥੇ ਸਹੀ ਆ ਸਰਕਾਰ ਦੀ, ਸਹੀ ਮੰਨੋ, ਜਿੱਥੇ ਗਲਤ ਆ ਬਿਲਕੁਲ ਸਹੀ ਨੂੰ ਸਹੀ ਕਹੋ, ਗਲਤ ਨੂੰ ਗਲਤ ਕਹੋ। ਸਾਰੇ ਮਹਿਮਾਨਾਂ ਦਾ ਧੰਨਵਾਦ, ਗੱਲਬਾਤ ਕੀਤੀ ਹੈ। ਬਾਸਮਤੀ ਮੌਕੇ ਰੇਟ ਘਟਿਆ, ਹੁਣ ਬਾਸਮਤੀ ਦਾ ਰੇਟ ਕੀ ਹੈ ਜੀ? ਇਹਨਾਂ ਦੀ ਮੈਂ ਗੱਲ ਦਾ ਇੱਕ ਪੁੱਛਣੀ ਚਾਹੁੰਦਾ। ਹੁਣ 2600 2500 ਵਿਕ ਰਹੀ ਆ, ਉਦੋਂ ਬਾਸਮਤੀ ਦਾ ਰੇਟ ਘਟਾਇਆ ਸੀ, ਮਾਰਕੀਟ ਫੀਸ ਘਟਾ ਕੇ ਕਿਸਾਨਾਂ ਨੂੰ ਲਾਭ ਪਹੁੰਚਾਇਆ ਸੀ। ਇਹਨਾਂ ਨੇ ਹੁਣ ਕੀ ਕੀਤਾ? ਬਾਸਮਤੀ, ਸਾਡੀ ਬਾਸਮਤੀ ਵੀ ਰੁਲੀ ਪਈ ਆ। ਕੀ ਗਵਾਂਢੀ ਸੂਬਿਆਂ ਦੇ ਵਿੱਚੋਂ ਸਾਡਾ ਡੀਜ਼ਲ ਪੈਟਰੋਲ ਦਾ ਰੇਟ ਵਧਦਾ ਕੀ? ਤਾਂ ਬਿਲਕੁਲ ਬਹੁਤ ਸਾਰੇ ਇਸ਼ੂ ਨੇ। ਠੀਕ ਹੈ ਗੁਰਵਿੰਦਰ ਜੀ, ਆਪਾਂ ਵਾਈਡ ਅਪ ਕਰਨਾ ਹੈ। ਸਾਡੀ ਪਹੁੰਚ ਸੀ ਸਰਕਾਰ ਦੇ ਵਿੱਚ, ਤਾਂ ਅਸੀਂ ਕੰਮ ਕਰਵਾਏ ਨੇ। ਚੇਅਰਮੈਨ ਐਵੇਂ ਨਹੀਂ ਲਈ ਸੀ। ਚਲੋ ਠੀਕ ਹੈ, ਤੁਸੀਂ ਪਰਸਨਲ ਚੇਅਰਮੈਨੀ ਵਾਲੇ ਕਮੈਂਟ ਤੇ ਲੈ ਗਏ। ਠੀਕ ਹੈ, ਕੋਈ ਗੱਲ ਨਹੀਂ, ਆਪਾਂ ਵਾਈਂਡ ਅਪ ਕਰਨਾ। ਠੀਕ ਹੈ, ਧੰਨਵਾਦ ਕਰਦੇ ਹਾਂ ਸਾਰੇ ਮਹਿਮਾਨਾਂ ਦਾ। ਗੁਰਵਿੰਦਰ ਜੀ ਤੁਹਾਡਾ ਧੰਨਵਾਦ, ਪ੍ਰਿਤਪਾਲ ਸਿੰਘ ਬਲੀਏਵਾਲ ਤੇ ਪ੍ਰਭਜੋਤ ਸਿੰਘ ਢਾਲੀਵਾਲ ਜੁੜੇ ਸੀ, ਤਾਂ ਸਾਰੇ ਮਹਿਮਾਨਾਂ ਦਾ ਧੰਨਵਾਦ। ਤਾਂ ਵੱਡੀ ਗੱਲ ਇਹੀ ਹੈ, ਸਿਆਸਤ ਤੋਂ ਉੱਪਰ ਉੱਠ ਕੇ ਮੈਨੂੰ ਲੱਗਦਾ ਕਿ ਜ਼ਰੂਰ ਕਿਸਾਨੀ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ, ਕਿਉਂਕਿ ਕਿਸਾਨ ਜੇ ਖੁਸ਼ਹਾਲ ਹੋਵੇਗਾ ਤਾਂ ਹੀ ਜਿਹੜਾ ਸੂਬਾ ਖੁਸ਼ਹਾਲੀ ਦੀਆਂ ਪੌੜੀਆਂ ਚੜ੍ਹ ਸਕਦਾ ਹੈ। ਆਸ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਨਵੀਂ ਅਤੇ ਤਾਜ਼ਾ ਖਬਰਾਂ ਲਈ ਬਣੇ ਰਹੋ ਫਾਸਟ ਨਿਊਜ਼ ਦੇ ਨਾਲ। ਧੰਨਵਾਦ।